ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਜੀ, ਜਿਵੇਂ ਕਿ ਅਸੀਂ ਆਪਣੀਆਂ ਪਿਛਲੀਆਂ ਵਿਚਾਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਬਾਰੇ ਪੂਰੇ ਡਿਟੇਲ ਦੇ ਵਿੱਚ ਜਾਣਨਾ ਕੀਤਾ ਸੀ ਕਿ ਕਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਵੀ ਪਹਿਲਾਂ ਸਿੱਖਾਂ ਦੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਜਿੱਥੇ ਜਿੱਥੇ ਵੀ ਪਤਾ ਲੱਗਿਆ ਕਿ ਸਾਡੇ ਗੁਰੂਆਂ ਭਗਤਾਂ ਅਤੇ ਫਕੀਰਾਂ ਦੀ ਹਸਤ ਲਿਖੀ ਜੋ ਬਾਣੀ ਹੈ ਜਾਂ ਪੋਥੀਆਂ ਹੈ ਉਹ ਮੌਜੂਦ ਨੇ, ਉਹ ਆਪ ਉੱਥੇ ਗਏ ਅਤੇ ਸਭ ਨੂੰ ਇਕੱਠਾ ਕਰਕੇ ਇੱਕ ਜਗ੍ਹਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਿਲ ਕਰਕੇ ਇੱਕ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। ਸੰਗਤ ਜੀ, ਅੱਜ ਅਸੀਂ ਥੋੜ੍ਹਾ ਹੋਰ ਡੀਪ ਦੇ ਵਿੱਚ ਜਾਵਾਂਗੇ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਏ ਰਾਗਾਂ ਅਤੇ ਭਾਸ਼ਾਵਾਂ ਦੀ ਜਾਣਕਾਰੀ ਦੀ ਸਾਂਝ ਪਾਵਾਂਗੇ। ਸੰਗਤ ਜੀ, ਇਸ ਤੋਂ ਪਹਿਲੇ ਕਿ ਅਸੀਂ ਇਹਨਾਂ ਦੇ ਨਾਲ ਸਾਂਝ ਪਾਈਏ, ਇੱਕ ਵਾਰੀ ਅਸੀਂ ਮੋਟੇ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਇੱਕ ਛੋਟੇ ਜਿਹੇ ਇਤਿਹਾਸ ਨੂੰ ਫਿਰ ਸਮਝ ਲੈਂਦੇ ਹਾਂ। ਸੰਗਤ ਜੀ, ਸਿੱਖ ਧਰਮ ਦੀ ਸੰਸਾਰ ਨੂੰ ਇੱਕ ਵਿਸ਼ੇਸ਼ ਦੇਣ ਹੈ, ਉਹ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਸੰਗਤ ਜੀ, ਇਸ ਪ੍ਰਗਟ ਗੁਰੂ ਜੀ ਦਾ ਸ਼ਾਰੀਰਿਕ ਜੋ ਸਵਰੂਪ ਹੈ ਉਸ ਨੂੰ ਕਾਇਮ ਕਰਨ ਦੇ ਲਈ ਗੁਰੂ ਸਾਹਿਬਾਂ, ਭਗਤਾਂ ਅਤੇ ਫਕੀਰਾਂ ਦੇ ਨਾਲ ਨਾਲ ਗੁਰੂ ਅਰਜਨ ਦੇਵ ਜੀ ਦਾ ਵੀ ਜੋ ਹੈ ਉਹ ਬੜਾ ਮਹੱਤਵਪੂਰਨ ਯੋਗਦਾਨ ਹੈ। ਗੁਰੂ ਸਾਹਿਬ ਜੀ ਨੇ ਇਸ ਬਾਣੀ ਨੂੰ ਇਕੱਠੇ ਕਰਕੇ ਸੰਨ 1604 ਦੇ ਵਿੱਚ ਇਸ ਮਹਾਨ ਗ੍ਰੰਥ ਦੀ ਸਥਾਪਨਾ ਕੀਤੀ, ਜੋ ਰਾਮਸਰ ਸਰੋਵਰ ਦੇ ਕਿਨਾਰੇ ਕੀਤੀ ਗਈ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਲੇਖਕ ਜੋ ਸੀ ਉਹ ਭਾਈ ਗੁਰਦਾਸ ਜੀ ਸੀ। ਇसी ਕਾਰਜ ਨੂੰ ਸੰਗਤ ਜੀ ਅੱਗੇ ਵਧਾਉਂਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਮਦਮਾ ਸਾਹਿਬ ਦੇ ਸਥਾਨ 'ਤੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਗਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਇਸ ਵਿੱਚ ਦਰਜ ਕਰਵਾਈ ਅਤੇ ਇੱਕ ਨਵਾਂ ਰਾਗ ਜੈ ਜੈਵੰਤੀ ਵੀ ਦਰਜ ਕਰਵਾਇਆ। ਇਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸੰਪੂਰਨ ਜੋ ਸਰੂਪ ਹੈ ਉਹ ਤਿਆਰ ਹੋਇਆ। ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ, ਬ੍ਰਹਮ ਗਿਆਨ ਅਤੇ ਜੀਵਨ ਦੀਆਂ ਅਟਲ ਸੱਚਾਈਆਂ ਨੂੰ ਕਿਸੇ ਦੇ ਵੀ ਲਈ ਕਲਮਬੱਧ ਕਰਨਾ ਬਹੁਤ ਮੁਸ਼ਕਿਲ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਜੋ ਬਾਣੀ ਹੈ ਉਹ 31 ਪੁਰਾਤਨ ਰਾਗਾਂ ਅਤੇ ਦੇਸੀ ਰਾਗਾਂ ਦੇ ਵਿੱਚ ਹੈ। ਇਹਨਾਂ ਰਾਗਾਂ ਦੁਆਰਾ ਸਿੱਖ ਧਰਮ ਦੀ ਸਾਰੇ ਭਾਰਤੀਆਂ ਦੇ ਨਾਲ ਸਾਂਝ ਬਣੀ ਹੋਈ ਹੈ। ਇਹ ਉਹ ਸਾਰੇ ਰਾਗ ਗਾਉਂਦੇ ਨੇ ਅਤੇ ਇਹਨਾਂ ਵਿੱਚ ਕੁਝ ਰਾਗ ਐਸੇ ਹਨ ਜੋ ਸਾਰੇ ਭਾਰਤੀਆਂ ਨੂੰ ਬਹੁਤ ਚੰਗੇ ਲੱਗਦੇ ਨੇ, ਉਹਨਾਂ ਦੇ ਵਾਸਤੇ ਬਹੁਤ ਪ੍ਰਿਯ ਨੇ। ਮੌਸਮੀ ਰਾਗ ਹੋਣ ਕਰਕੇ ਜਿਵੇਂ ਕਿ ਬਸੰਤ, ਮਲਾਰ ਤੇ ਸਾਰੰਗ, ਅਤੇ ਕੁਝ ਰਾਗ ਅਜੇ ਹਨ ਜੋ ਵਿਸ਼ੇਸ਼ ਧਰਮਾਂ ਅਤੇ ਫਿਰਕਿਆਂ ਦੇ
ਲੋਕਾਂ ਨੂੰ ਬਹੁਤ ਪਸੰਦ ਹਨ, ਜਿਵੇਂ ਕਿ ਤੇਲੰਗ ਅਤੇ ਆਸਾ। ਇਹ ਰਾਗ ਜਿਹੜੇ ਨੇ ਮੁਸਲਮਾਨਾਂ ਨੂੰ ਬਹੁਤ ਪ੍ਰਿਯ ਹਨ। ਸਿੱਖ ਸੰਗਤਾਂ ਇਹਨਾਂ ਸਾਰਿਆਂ ਰਾਗਾਂ ਨੂੰ ਇੱਕ ਸਮਾਨ ਪਿਆਰ ਕਰਦੀਆਂ ਹਨ। ਸੰਗਤ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਿੰਦੁਸਤਾਨ ਦੀਆਂ ਬੋਲੀਆਂ ਨੂੰ ਅਤੇ ਨਾਲ ਹੀ ਅਰਬੀ ਅਤੇ ਫਾਰਸੀ ਭਾਸ਼ਾ ਨੂੰ ਵੀ ਪ੍ਰਤੀਨਿਧਤਾ ਜੋ ਇਸ ਦੇ ਵਿੱਚ ਪ੍ਰਾਪਤ ਹੈ, ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹਨਾਂ ਸਾਰੀਆਂ ਬੋਲੀਆਂ ਨੂੰ ਆਦਰ ਦੇ ਨਾਲ ਸਵੀਕਾਰ ਕੀਤਾ ਗਿਆ ਹੈ। ਸੰਗਤ ਜੀ, ਇਸ ਮਹਾਨ ਗ੍ਰੰਥ ਦੇ ਵਿੱਚ ਸਿੰਧੀ, ਮਰਾਠੀ, ਬ੍ਰਜ, ਸੰਸਕ੍ਰਿਤ ਆਦਿ ਬੋਲੀਆਂ ਦੇ ਸ਼ਬਦ ਇੱਕੋ ਜਿਹੇ ਹੀ ਸਤਿਕਾਰੇ ਹੋਏ ਹਨ। ਇਹ ਗ੍ਰੰਥ ਭਾਰਤ ਦੇ ਹਰ ਸੂਬੇ ਦੇ ਵਿੱਚ ਜਿਹੜਾ ਹੈ ਉਹ ਸਮਝਿਆ ਜਾ ਸਕਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਰਤੀ ਹੋਈ ਭਾਸ਼ਾ ਜਿਹੜੀ ਹੈ ਉਹ 500 ਤੋਂ 800 ਸਾਲ ਤੱਕ ਪੁਰਾਤਨ ਭਾਸ਼ਾ ਹੈ। ਸੰਗਤ ਜੀ, ਇਸ ਗ੍ਰੰਥ ਵਿੱਚ ਪੰਜਾਬੀ ਦੀਆਂ ਵੱਖ-ਵੱਖ ਉਪ ਭਾਸ਼ਾਵਾਂ ਤੋਂ ਇਲਾਵਾ ਬ੍ਰਜ ਭਾਸ਼ਾ, ਸੰਸਕ੍ਰਿਤ, ਭੱਟ ਭਾਸ਼ਾਵਾਂ ਵੀ ਆਉਂਦੀਆਂ ਹਨ। ਗੁਰਬਾਣੀ ਵਿੱਚ ਕੁਝ ਹੋਰ ਬੋਲੀਆਂ ਜਿਵੇਂ ਕਿ ਮਾਰਵਾੜੀ, ਮਰਾਠੀ, ਗੁਜਰਾਤੀ, ਰਾਜਸਥਾਨੀ ਆਦਿ ਦੇ ਅਨੇਕਾਂ ਸ਼ਬਦ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਰਤੋਂ ਕੀਤੀ ਗਈ ਹੈ ਇਸ ਵਿੱਚ। ਸੋ ਸੰਗਤ ਜੀ, ਇਹ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਿਲ ਵੱਖ-ਵੱਖ ਰਾਗਾਂ ਅਤੇ ਬੋਲੀਆਂ ਦੀ ਬੜੀ ਇੱਕ ਸੰਖੇਪ ਜਾਣਕਾਰੀ। ਸੰਗਤ ਜੀ, ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੀ ਭਾਸ਼ਾਵਾਂ ਦਾ ਇੱਕ ਗੁਲਦਸਤਾ ਕਿਹਾ ਜਾ ਸਕਦਾ ਹੈ, ਜਿਸ ਨੂੰ ਵੱਖ-ਵੱਖ ਧਰਮਾਂ ਅਤੇ ਵੱਖ-ਵੱਖ ਭਾਸ਼ਾ ਨਾਲ ਜਿਹੜੇ ਸੰਬੰਧਿਤ ਲੋਕ ਨੇ ਉਹ ਬੜੀ ਜਿਹੜੀ ਹੈ ਆਸਾਨੀ ਦੇ ਨਾਲ ਸਮਝ ਸਕਦੇ ਹਨ। ਹੋਈਆਂ ਭੁੱਲਾਂ ਨੂੰ ਮਾਫ਼ ਕਰਨਾ ਜੀ। ਜਿੱਥੋਂ ਤੱਕ ਸਮਝ ਸੀ ਓਨਾ ਹੀ ਦੱਸ ਪਾਇਆ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।